Hello viewers, welcome to all on my YouTube चैनल। ਅੱਜ ਆਪਾਂ ਡਿਸਕਸ ਕਰਾਂਗੇ ਆਪਣਾ ਮਾਸਟਰ ਕੈਡਰ 2021 ਪ੍ਰੀਵੀਅਸ ਈਅਰ ਜਿਹੜਾ ਪੇਪਰ ਸੀਗਾ ਫਿਜ਼ਿਕਸ ਦਾ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਠੀਕ ਹੈ, ਲਾਸਟ ਵੀਡੀਓ ਦੇ ਵਿੱਚ ਆਪਾਂ ਐਨਾਲਾਈਜ਼ ਕੀਤਾ ਸੀ ਕਿ ਪੇਪਰ ਆਂਦਾ ਕਿਸ ਤਰ੍ਹਾਂ ਦਾ ਹੈ, ਪਰ ਇਹਦੇ ਵਿੱਚ ਆਪਾਂ ਕੀ ਕਰਾਂਗੇ, ਡਿਸਕਸ ਕਰਾਂਗੇ ਕੁਐਸਚਨਸ ਜਿਹੜੇ ਆ ਉਹਨਾਂ ਦੇ ਕਨਸੈਪਟ ਕੀ ਹੈ, ਉਸੇ ਕੁਐਸਚਨ ਦੇ ਰਿਗਾਰਡਿੰਗ ਹੋਰ ਵੀ ਕਨਸੈਪਟ ਜਿਹੜੇ ਆ ਉਹ ਵੀ ਕਲੀਅਰ ਹੋਣਗੇ। ਤੇ ਜੁੜੇ ਰਹੋ ਸਾਡੇ ਨਾਲ। ਤੇ ਫਸਟ ਕੁਐਸਚਨ ਕੀ ਹੈ ਕਿ ਕਲਰਸ ऑफ स्टार इंडिकेट ਜਿਹੜਾ ਕਲਰ ਹੈ ਸਟਾਰ ਦਾ ਉਹ ਕੀ ਇੰਡੀਕੇਟ ਕਰਦਾ ਹੈ ਕਿ ਉਹ weight ਨੂੰ ਇੰਡੀਕੇਟ ਕਰਦਾ ਹੈ, ਡਿਸਟੈਂਸ ਇੰਡੀਕੇਟ ਕਰਦਾ ਹੈ, ਸਾਈਜ਼ ਇੰਡੀਕੇਟ ਕਰਦਾ ਹੈ? ਨਹੀਂ, ਆਪਾਂ ਨੂੰ ਪਤਾ ਹੈ ਸਟਾਰਸ ਜਿਹੜਾ ਹੈ ਸਾਰੇ ਜਿਹੜੇ ਹੈ ਅਲੱਗ-ਅਲੱਗ weight ਦੇ ਹੈ, ਅਲੱਗ-ਅਲੱਗ ਸ਼ੇਪ ਦੇ ਹੈ ਤੇ ਅਲੱਗ-ਅਲੱਗ ਡਿਸਟੈਂਸ ਤੇ ਹੈ। ਉਹਨਾਂ ਸਟਾਰਸ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਕਲਰਸ ਦੇ। ਠੀਕ ਹੈ, ਹੁਣ ਕਲਰ ਇੰਡੀਕੇਟ ਕਿਹਦੇ ਕਰਕੇ ਕਰ ਰਿਹਾ ਹੈ? ਟੈਂਪਰੇਚਰ ਕਰਕੇ। ਜੇ ਟੈਂਪਰੇਚਰ ਕੀ ਹੁੰਦਾ ਸਾਰੇ ਸਟਾਰ ਦੇ ਵਿੱਚ ਹੀਟ ਜਿੰਨੀ ਜ਼ਿਆਦਾ ਪ੍ਰੋਡਿਊਸ ਹੁੰਦੀ ਉਹਦੇ ਕਰਕੇ ਹੀ ਉਹ ਕੀ ਕਰਦਾ ਹੈ ਅਲੱਗ-ਅਲੱਗ ਡਿਫਰੈਂਟ ਕਲਰਸ ਜਿਹੜਾ ਸ਼ੋ ਕਰਦਾ ਹੈ। ਤੇ ਇਹਦਾ ਆਨਸਰ ਜਿਹੜਾ ਕੀ ਹੋਏਗਾ, ਰਾਈਟ ਆਨਸਰ ਟੈਂਪਰੇਚਰ। ਟੈਂਪਰੇਚਰ ਜਿਹੜਾ ਹੈ ਟੈਂਪਰੇਚਰ ਕਰਕੇ ਹੀ ਸਟਾਰਸ ਦਾ ਜਿਹੜਾ ਕਲਰ ਹੈ ਉਹ ਆਪਾਂ ਨੂੰ ਸ਼ੋ ਹੁੰਦਾ ਹੈ। ਠੀਕ ਹੈ, ਤਾਂ ਨੈਕਸਟ ਕੁਐਸਚਨ ਹੈ ਆਪਣਾ ਦ ਕੌਂਪਟਨ ਸ਼ਿਫਟ ਡਿਪੈਂਡ ਔਨ, ਕਿ ਕੌਂਪਟਨ ਸ਼ਿਫਟ ਡਿਪੈਂਡ ਕਿਹਦੇ 'ਤੇ ਕਰਦੀ ਹੈ? ਫਸਟਲੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੌਂਪਟਨ ਸ਼ਿਫਟ ਹੁੰਦੀ ਕੀ ਹੁੰਦੀ ਹੈ ਉਹ ਆਪਾਂ ਦੇਖ ਲੈਂਦੇ ਹਾਂ। ਕੌਂਪਟਨ ਸ਼ਿਫਟ ਕੀ ਹੁੰਦੀ ਹੈ? ਜਦੋਂ ਵੀ ਕੋਈ ਵੀ ਫੋਟੋਨ ਜਦੋਂ ਕਿਸੇ ਵੀ ਰੈਸਟ 'ਤੇ ਪਏ ਹੋਏ ਇਲੈਕਟ੍ਰੋਨ 'ਤੇ, ਇਲੈਕਟ੍ਰੋਨ ਹੈ ਰੈਸਟ 'ਤੇ ਪਿਆ, ਟਾਰਗੇਟ ਇਲੈਕਟ੍ਰੋਨ ਹੈ, ਇਹਦੇ ਉੱਤੇ ਇੰਸੀਡੈਂਟ ਕਰਦਾ ਹੈ। ਠੀਕ ਹੈ, ਤੇ ਐਸ ਇਲੈਕਟ੍ਰੋਨ ਨੂੰ ਕੀ ਕਰ ਦੇਗਾ, ਉਹ ਐਨਰਜੀ ਦੇਵੇਗਾ। ਆਪਣੇ ਕੋਲ ਜਿਹੜੀ ਇਹਦੀ ਐਨਰਜੀ ਹੋਏਗੀ ਉਹ ਕੀ ਕਰੇਗਾ, ਐਸ ਇਲੈਕਟ੍ਰੋਨ ਨੂੰ ਕੀ ਕਰੇਗਾ, ਉਹ ਐਨਰਜੀ ਦੇ ਦੇਗਾ। ਠੀਕ ਹੈ, ਉਸ ਤੋਂ ਬਾਅਦ ਕੀ ਹੋਏਗੀ, ਸਕੈਟਰਿੰਗ ਹੋਏਗੀ। ਸਕੈਟਰਿੰਗ ਹੋਣ ਤੋਂ ਬਾਅਦ ਕੀ ਹੋਏਗਾ, ਜਿਹੜਾ ਫੋਟੋਨ ਹੈ ਉਹ ਇੱਧਰ ਸਕੈਟਰ ਕਰ ਜਾਏਗਾ ਤੇ ਇਲੈਕਟ੍ਰੋਨ ਜਿਹੜਾ ਆਪਣਾ ਕੀ ਕਰੇਗਾ, ਰੀਕੁਆਇਲ ਕਰ ਜਾਏਗਾ। ਠੀਕ ਹੈ, ਤੇ ਜਦੋਂ ਜਿਹੜੀ ਵੇਵਲੈਂਥ ਹੋਏਗੀ ਇੰਸੀਡੈਂਟ ਫੋਟੋਨ ਦੀ ਵੇਵਲੈਂਥ ਤੇ ਜਿਹੜਾ ਸਕੈਟਰ ਫੋਟੋਨ ਹੁੰਦਾ ਹੈ, ਜਿਹੜੀ ਵੇਵਲੈਂਥ ਇਹਨਾਂ ਦੋਨਾਂ ਦੀ ਕੰਪੈਰੀਟਿਵਲੀ ਜਿਹੜੀ ਸਕੈਟਰਡ ਫੋਟੋਨ ਦੀ ਵੇਵਲੈਂਥ ਹੋਗੀ ਉਹ ਜ਼ਿਆਦਾ ਹੋਏਗੀ। ਹੁਣ ਆਹ ਵੇਵ ਦੇਖੋ, ਇਹਦੇ ਨਾਲ ਟਕਰਾਉਣ ਤੋਂ ਬਾਅਦ ਸਪੀਡ ਵੱਧ ਜਾਏਗੀ। ਠੀਕ ਹੈ, ਜਿਹਦੇ ਕਰਕੇ ਸਕੈਟਰਿੰਗ ਫੋਟੋਨ ਦੀ ਵੇਵਲੈਂਥ ਕੀ ਕਰੇਗੀ, ਵੱਧ ਜਾਏਗੀ। ਠੀਕ ਹੈ, ਤੇ ਵੇਵਲੈਂਥ ਕੰਪੇਅਰ ਟੂ ਦਾ ਜਿਹੜੀ ਸਕੈਟਰਡ ਫੋਟੋਨ ਦੀ ਵੇਵਲੈਂਥ ਹੈ ਉਹ ਹਾਈ ਹੋਏਗੀ ਕੰਪੇਅਰ ਟੂ ਜਿਹੜੇ ਇੰਸੀਡੈਂਟ ਫੋਟੋਨ ਨੇ। ਤੇ ਜਿਹੜੀ ਵੇਵਲੈਂਥ ਆਪਾਂ ਨੂੰ ਸਕੈਟਰਿੰਗ ਤੋਂ ਬਾਅਦ ਜਿਹੜੀ ਮਿਲੀ ਹੈ ਐਸੇ ਨੂੰ ਆਪਾਂ ਕੀ ਕਹਿੰਦੇ ਹਾਂ, ਕੌਂਪਟਨ ਸ਼ਿਫਟ ਕਹਿੰਦੇ ਹਾਂ। ਠੀਕ ਹੈ, ਤੇ ਆਹ ਡਿਪੈਂਡ ਕਿਹਦੇ 'ਤੇ ਕਰਦੀ ਹੈ? ਹੁਣ ਦੇਖੋ ਜਿੰਨਾ ਐਂਗਲ ਜ਼ਿਆਦਾ ਹੋਏਗਾ ਓਨੀ ਹੀ ਸਕੈਟਰਿੰਗ ਜਿਹੜੀ ਹੈ ਫੋਟੋਨ ਦੀ ਜ਼ਿਆਦਾ ਹੋਏਗੀ, ਓਨੀ ਹੀ ਵੇਵਲੈਂਥ ਜਿਹੜੀ ਹੁੰਦੀ ਜ਼ਿਆਦਾ ਹੋਏਗੀ। ਆਹ ਡਿਪੈਂਡ ਕਿਹਦੇ 'ਤੇ ਕਰਦੀ ਹੈ? ਸ਼ਿਫਟ ਡਿਪੈਂਡ ਔਨ ਦਾ ਐਂਗਲ ਆਫ ਸਕੈਟਰਿੰਗ। ਠੀਕ ਹੈ, ਐਂਗਲ ਆਫ ਸਕੈਟਰਿੰਗ 'ਤੇ ਕੀ ਕਰਦੀ ਹੈ, ਡਿਪੈਂਡ ਕਰਦੀ ਹੈ। ਤੇ ਫਿਰ ਆਨਸਰ ਕੀ ਆਇਆ ਆਪਣਾ, ਕੀ ਆ ਐਨਰਜੀ ਆਫ ਇੰਸੀਡੈਂਟ ਰੇਡੀਏਸ਼ਨ 'ਤੇ ਡਿਪੈਂਡ ਕਰਦੀ ਹੈ? ਨਹੀਂ। फ्रिक्वेंसी ऑफ इंसीडेंट रेडिएशन ते नहीं। एंगल ऑफ स्कैटरिंग, यस एंगल ऑफ स्कैटरिंग ते आ डिपेंड करती है। तो मटीरियल टारगेट का उनके ते भी डिपेंड नहीं करती। ठीक है, नैक्सट क्वेश्चन है अपना, नैक्सट क्वेश्चन की कहते जी देख लो कि अपन जो इक्वेशन कई बार अपन सब कुछ दिता होंगे, एंगल ऑफ स्कैटरिंग दिता होंगे तो वेवलेंथ दी होंगी है, तो अपन कह देंगे ने कि या कुछ भी अपन निकालने लिए कह सकते हैं, या जी कॉम्पटन शिफ्ट है वो निकालो तुसी, एंगल दिता होएगा अपन एच ते एम ते मास दिता होएगा। ठीक है, तो सी वेलोसिटी ऑफ लाइट है, सब कुछ दिता होएगा, तो आपां की कर सकते हैं एंगल शिफ्ट जिहड़ी है वो कढ़ सकते हैं कॉम्पटन शिफ्ट। ठीक है, तो फार्मूला की है अपने कोल कि जिहड़ा लैम्बडा एफ है, लैम्बडा एफ की है वेवलेंथ ऑफ स्कैटरिंग वेवलेंथ। जो स्कैटरिंग फाइनल जी आएगी, स्कैटरिंग वेवलेंथ जी होएगी स्कैटर्ड फोटोन की वो वाली, तो लैम्बडा आई की है वेवलेंथ ऑफ इंसीडेंट फोटोन। जो स्टार्टिंग च फोटोन रेडिएट करता है उनकी वेवलेंथ, तो आ की है फाइनल वेवलेंथ, तो उन्होंने ही कहते हैं आप कॉम्पटन शिफ्ट। ठीक है, तो इनका फॉर्मूला है लैम्बडा एच अपॉन एम नोट सी
ब्रैकेट 'ਚ ਕੀ ਹੈ 1 ਮਾਈਨਸ ਕੋਸ ਥੀਟਾ। ਆ ਪੂਰਾ ਫਾਰਮੂਲਾ ਕੀ ਸ਼ੋ ਕਰਦਾ ਹੈ, ਕੌਂਪਟਨ ਸ਼ਿਫਟ ਇਕੁਏਸ਼ਨ ਨੂੰ ਸ਼ੋ ਕਰਦਾ ਹੈ। ਤੇ ਜੇ ਆਪਾਂ ਨੂੰ ਪੁੱਛ ਲੇ ਕਿ ਵੇਵਲੈਂਥ ਕੀ ਹੁੰਦੀ, ਕੌਂਪਟਨ ਵੇਵਲੈਂਥ ਕਿੰਨੀ ਆਉਂਦੀ ਹੈ ਸੋਲਵ ਕਰਨ ਤੋਂ ਬਾਅਦ, ਤਾਂ ਡਾਇਰੈਕਟ ਤੁਸੀਂ ਆ ਯਾਦ ਰੱਖ ਸਕਦੇ ਹੋ 2.4 ਇੰਟੂ 10⁻²² ਨੈਨੋਮੀਟਰ। एग्जाम 'ਚ डायरैक्ट ही आ क्वेश्चन बन सकता है कि कॉम्पटन वेवलेंथ हुंदी किन्नी है, तो 2.4 इंटू 10⁻⁻12 नैनोमीटर हुंदी है। ठीक है, नैक्सट क्वेश्चन है कि प्रोबेबिलिटी डेंसिटी ऑफ स्टेट की हुंदी है, हमेशा रियल हुंदी है, इमेजनरी हुंदी है, जीरो हुंदी है, की हुंदी है। ठीक है, तो हुण प्रोबेबिलिटी डेंसिटी हुंदी की है, फस्ट ऑफ ऑल देख लईए आपां कि ਆਪਣੇ ਕੋਲ ਕੋਈ ਵੀ ਕੋਆਰਡੀਨੇਟ ਦਿੱਤੇ ਹੋਣਗੇ एक्स वाई Z ਤੇ ਨਾਲ ਟਾਈਮ। ਠੀਕ ਹੈ, ਟਾਈਮ 'ਤੇ ਡਿਪੈਂਡ ਕਰਦੀ ਹੈ ਪ੍ਰੋਬੇਬਿਲਿਟੀ ਡੈਂਸਿਟੀ ਜਿਹੜੀ ਵੀ ਹੈ। ਅਤੇ ਆਪਾਂ ਨੂੰ ਕੀ ਹੋਏਗਾ, ਆ ਕਾਈ ਸਟਾਰ ਇੰਟੂ ਕਾਈ ਜਿਹੜੀ ਵੈਲਿਊ ਆਏਗੀ ਉਹ ਕੀ ਹੁੰਦੀ ਹੈ, ਪ੍ਰੋਬੇਬਿਲਿਟੀ ਡੈਂਸਿਟੀ ਹੁੰਦੀ ਹੈ। ਆਪਾਂ ਨੂੰ ਮੋਡ ਦੇ ਸਕੁਏਅਰ ਦੇ ਵਿੱਚ ਵੀ ਐਵੇਂ ਲਿਖ ਸਕਦੇ ਹਾਂ ਅਤੇ ਆਪਾਂ ਨੂੰ ਆ ਰਿਜ਼ਲਟ ਮਿਲੇਗਾ। ਜੇ ਆਪਾਂ ਨੂੰ ਕੋਈ ਵੀ ਕਾਈ ਦੀ ਵੈਲਿਊ ਆਪਾਂ ਨੂੰ ਅਗਰ ਆਇਟਾ ਦੇ ਵਿੱਚ ਦਿੱਤੀ ਹੈ ਅਤੇ ਉਹ ਮਾਈਨਸ ਆਇਟਾ ਹੋ ਜਾਏਗੀ ਜਦੋਂ ਆਪਾਂ ਕਾਈ ਸਟਾਰ ਕਰਦੇ ਹਾਂ। ਠੀਕ ਹੈ, ਮਾਈਨਸ ਦੇ ਸਾਈਨ ਜੋ ਹੈ ਚੇਂਜ ਹੋ ਜਾਂਦਾ ਹੈ। ਠੀਕ ਹੈ, ਕੌਂਜੂਗੇਟ ਆ ਜਾਂਦਾ ਹੁੰਦਾ। ਉਸ ਤੋਂ ਬਾਅਦ ਕੀ ਹੈ ਕਿ ਹੁਣ ਜਿਹੜੀ ਪ੍ਰੋਬੇਬਿਲਿਟੀ ਡੈਂਸਿਟੀ ਹੁੰਦੀ ਹੈ ਉਹ ਆਲਵੇਜ਼ ਕੀ ਹੁੰਦੀ ਹੈ, ਉਹ ਕੀ ਹੋਏਗੀ, ਹਮੇਸ਼ਾ ਕੀ ਹੋਏਗੀ, ਰੀਅਲ ਹੋਏਗੀ। ਕਿਉਂ ਰੀਅਲ ਹੋਏਗੀ, ਜੇ ਆਪਾਂ ਨੇ ਆਪਣੇ ਕੋਲ ਇਮੇਜਨਰੀ ਵੀ ਕੋਈ ਵੇਵ ਇਕੁਏਸ਼ਨ ਦਿੱਤੀ ਹੋਈ ਹੈ ਅਤੇ ਜਦੋਂ ਆਪਾਂ ਉਹਦਾ ਕੌਂਜੂਗੇਟ ਲਵਾਂਗੇ ਅਤੇ ਉਹ ਕੀ ਕਰੇਗਾ, ਮਾਈਨਸ ਆਈ ਦੇ ਵਿੱਚ ਕਨਵਰਟ ਹੋਏਗਾ। ਜਦੋਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ, ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਇਟਾ ਕੀ ਬਣ ਜਾਏਗਾ, ਫਿਰ ਆਪਾਂ ਨੂੰ ਉਹ ਕੈਂਸਲ ਹੋ ਜਾਏਗਾ ਅਤੇ ਆਪਾਂ ਨੂੰ ਕੀ ਮਿਲੇਗਾ, ਇੱਕ ਰੀਅਲ ਇਕੁਏਸ਼ਨ ਮਿਲੇਗੀ। ਅਤੇ ਇਸ ਲਈ ਜੋ ਪ੍ਰੋਬੇਬਿਲਿਟੀ ਡੈਂਸਿਟੀ ਜਿਹੜੀ ਹੁੰਦੀ ਹੈ ਸਟੇਟ ਦੀ, ਹਮੇਸ਼ਾ ਕੀ ਹੁੰਦੀ ਹੈ, ਰੀਅਲ ਹੀ ਹੁੰਦੀ ਹੈ। ਅਤੇ ਆਨਸਰ ਕੀ ਆਏਗਾ ਆਪਣਾ, ਰੀਅਲ। ਨੈਕਸਟ ਹੈ ਦਾ ਵੇਵ ਲੈਂਥ ਆਫ ਏ ਮੈਟਰ ਇਜ਼ ਇੰਡੀਪੈਂਡੈਂਟ ਆਫ। ਵੇਵਲੈਂਥ ਜਿਹੜੀ ਹੁੰਦੀ ਹੈ ਵੇਵਲੈਂਥ ਆਫ ਵੇਵ ਮੈਟਰ ਜਿਹੜੀ ਹੈ ਕਿਹਦੇ 'ਤੇ ਇੰਡੀਪੈਂਡੈਂਟ। ਹੁਣ ਆਪਾਂ ਨੂੰ ਪਤਾ ਹੈ ਡੀ ਬਰੋਗਲੀ ਇਕੁਏਸ਼ਨ ਕੀ ਹੁੰਦੀ ਹੈ, ਲੈਮੜਾ ਇਜ਼ ਇਕਲ ਟੂ ਕੀ ਹੁੰਦਾ, ਵੇਵਲੈਂਥ ਇਜ਼ ਇਕਲ ਟੂ ਲੈਮੜਾ ਇਜ਼ ਇਕਲ ਟੂ HP। ठीक है, HP वेट करो, HP ਹੁੰਦਾ। ठीक है, ਆਪਣੇ ਕੋਲ ਲੈਮੜਾ ਇਜ਼ ਇਕਲ ਟੂ ਕੀ ਹੁੰਦਾ, HP ਹੁੰਦਾ। ਅਤੇ P ਨੂੰ ਆਪਾਂ ਕੀ ਲਿਖ ਸਕਦੇ ਹਾਂ, ਇੱਕ ਮੋਮੈਂਟਮ ਆ ਗਿਆ। ਵੇਵਲੈਂਥ ਕਿਹਦੇ 'ਤੇ ਡਿਪੈਂਡ ਕਰ ਰਹੀ ਹੈ, ਮੋਮੈਂਟਮ 'ਤੇ। ਮੋਮੈਂਟਮ ਕੀ ਹੁੰਦਾ, M ਇੰਟੂ V। ਮਾਸ 'ਤੇ ਵੀ ਡਿਪੈਂਡ ਕਰ ਰਹੀ ਹੈ, ਵੈਲੋਸਿਟੀ 'ਤੇ ਵੀ ਡਿਪੈਂਡ ਕਰ ਰਹੀ ਹੈ। ਠੀਕ ਹੈ, ਹੁਣ ਆਪਣੇ ਕੋਲ ਵੇਵਲੈਂਥ ਕੀ ਆ ਗਈ, ਵੇਵਲੈਂਥ ਕੋਈ ਵੀ ਮੈਟਰ ਹੈ ਉਹ ਡੀ ਬਰੋਗਲੀ ਇਕੁਏਸ਼ਨ ਨੂੰ ਸੈਟਿਸਫਾਈ ਕਰਦੀ ਹੈ। ਠੀਕ ਹੈ, ਵੇਵ ਨੇਚਰ ਹੈ ਅਤੇ ਵੇਵ ਨੇਚਰ ਕਿਹਦੇ ਤੋਂ ਸ਼ੋ ਹੁੰਦਾ, ਆਪਾਂ ਨੂੰ ਡੀ ਬਰੋਗਲੀ ਹਾਈਪੋਥੀਸਿਸ ਤੋਂ। ਅਤੇ ਹੁਣ ਦੇਖੋ ਕਿਹਦੇ 'ਤੇ ਡਿਪੈਂਡ ਕਰਦੀ ਹੈ, ਪਹਿਲਾਂ ਆਹ ਦੇਖ ਲਈ ਜਿਹੜੀ ਵੇਵਲੈਂਥ ਹੈ ਮੈਟਰ ਦੀ ਉਹ ਡਿਪੈਂਡ ਕਰਦੀ ਹੈ ਮਾਸ 'ਤੇ, ਵੈਲੋਸਿਟੀ 'ਤੇ, ਮੋਮੈਂਟਮ 'ਤੇ। ਠੀਕ ਹੈ, ਪਰ ਇੰਡੀਪੈਂਡੈਂਟ ਕਿਹਦੇ 'ਤੇ ਹੋਏਗੀ, ਹੁਣ ਚਾਰਜ 'ਤੇ। ਚਾਰਜ 'ਤੇ ਕੀ ਕਰੇਗੀ, ਉਹ ਇੰਡੀਪੈਂਡੈਂਟ ਹੋਏਗੀ, ਇਹਦੇ 'ਤੇ ਡਿਪੈਂਡ ਨਹੀਂ ਕਰੇਗੀ। ਠੀਕ ਹੈ, ਅਤੇ ਫਾਰਮੂਲਾ ਆਪਾਂ ਨੂੰ ਪਤਾ ਹੀ ਹੈ ਡੀ ਬਰੋਗਲੀ ਵੇਵਲੈਂਥ ਦਾ ਕੀ ਹੁੰਦਾ, ਲੈਮੜਾ ਇਜ਼ ਇਕਲ ਟੂ HP ਹੁੰਦਾ ਅਤੇ P ਇਜ਼ ਇਕਲ ਟੂ ਕੀ ਹੁੰਦਾ, ਮਾਸ ਇੰਟੂ ਵੈਲੋਸਿਟੀ। ਅਤੇ ਇਹਦੇ ਤੋਂ ਆਪਾਂ ਨੂੰ ਆਈਡੀਆ ਹੋ ਜਾਏਗਾ ਕਿ ਜਿਹੜੀ ਵੇਵਲੈਂਥ ਹੈ ਮੈਟਰ ਦੀ ਕਿਹਦੇ 'ਤੇ ਡਿਪੈਂਡ ਕਰਦੀ ਹੈ। ਨੈਕਸਟ ਹੈ ਨਿਊਕਲੀਅਰ ਫੋਰਸਿਸ ਦੀ ਆਪਾਂ ਗੱਲ ਕਰਦੇ ਹਾਂ ਕਿ ਡਾਇਰੈਕਟ ਕੁਐਸਚਨ ਆਏ ਹੋਏ ਸੀਗੇ, ਬਸ ਓਨਲੀ ਕੰਸੈਪਟ ਬੇਸ 'ਤੇ ਸੀਗੇ ਸਾਰੇ ਕੁਐਸਚਨ। ਧਿਆਨ ਨਾਲ ਜਿਹੜੇ ਵੀ ਤੁਸੀਂ ਕਵਰ ਕਰਨਾ ਹੈ ਕੰਸੈਪਟ ਨੂੰ ਧਿਆਨ 'ਚ ਰੱਖ ਕੇ ਸਾਰਾ ਕਵਰ ਕਰੋਗੇ। ਅਤੇ ਨਿਊਕਲੀਅਰ ਫੋਰਸਿਸ ਕੀ ਹੁੰਦੀਆਂ ਨੇ, ਸ਼ੋਰਟ ਰੇਂਜ ਹੁੰਦੀ ਹੈ ਜਾਂ ਚਾਰਜ ਡਿਪੈਂਡੈਂਟ ਹੁੰਦੀਆਂ ਨੇ, ਲੌਂਗ ਰੇਂਜ ਹੁੰਦੀ ਹੈ ਜਾਂ ਚਾਰਜ ਡਿਪੈਂਡੈਂਟ ਹੁੰਦੀਆਂ ਨੇ, ਸ਼ੋਰਟ ਰੇਂਜ ਹੁੰਦੀ ਹੈ ਚਾਰਜ ਇੰਡੀਪੈਂਡੈਂਟ ਹੁੰਦੀ ਹੈ, ਜਾਂ ਲੌਂਗ ਰੇਂਜ ਹੁੰਦੀ ਹੈ ਜਾਂ ਚਾਰਜ ਇੰਡੀਪੈਂਡੈਂਟ ਹੁੰਦੀ ਹੈ, ਕੀ ਹੁੰਦੀ ਹੈ ਆਹ ਦੇਖਾਂਗੇ। ਫਸਟਲੀ ਆਪਾਂ ਨਿਊਕਲੀਅਰ ਫੋਰਸਿਸ ਹੁੰਦੀ ਕੀ ਹੈ ਜਾਂ ਨਿਊਕਲੀਅਰ ਫੋਰਸਿਸ ਦੀ ਪ੍ਰੋਪਰਟੀਜ਼ ਕੀ ਹੈਗੀਆਂ ਨੇ ਉਹ ਦੇਖ ਲਈਏ ਤਾਂ ਕਿ ਅੱਗੇ ਵੀ ਆਪਣੇ ਜਿਹੜੇ ਕੰਸੈਪਟ ਹੈ ਜਿਹੜਾ ਕਲੀਅਰ ਹੋ ਜਾਏ। ਹੁਣ ਆਪਾਂ ਨੂੰ ਪਤਾ ਹੈ ਨਿਊਕਲੀਅਰ ਫੋਰਸਿਸ ਜਿਹੜੀ ਹੁੰਦੀ ਹੈ ਵੈਰੀ ਸਟਰੋਂਗ ਫੋਰਸਿਸ, ਬਹੁਤ ਜ਼ਿਆਦਾ ਸਟਰੋਂਗ ਫੋਰਸਿਸ ਹੁੰਦੀ ਹੈ ਕਿ ਇਹਦੇ ਤੋਂ ਗ੍ਰੈਵੀਟੇਸ਼ਨਲ ਫੋਰਸ ਤੋਂ ਵੀ ਅਤੇ ਇਲੈਕਟ੍ਰੋਸਟੈਟਿਕ ਫੋਰਸ ਤੋਂ ਵੀ ਇਹ ਜਿਹੜੀ ਹੁੰਦੀਆਂ ਨੇ ਬਹੁਤ ਜ਼ਿਆਦਾ ਸਟਰੋਂਗ ਹੁੰਦੀਆਂ ਨੇ। ਅਤੇ ਸ਼ੋਰਟ ਰੇਂਜ ਫੋਰਸਿਸ ਹੁੰਦੀਆਂ ਨੇ, ਸ਼ੋਰਟ ਰੇਂਜ ਮਤਲਬ ਅਪ ਟੂ 2 ਫਰਮੀ ਤੱਕ ਹੀ ਕੀ ਕਰਨਗੇ, ਕੰਮ ਕਰਦੀਆਂ ਨੇ। ਜੇ ਐਸ 2 ਫਰਮੀ ਤੋਂ ਅਗਰ ਆਪਾਂ ਘੱਟ ਲੈ ਲਈਏ ਡਿਸਟੈਂਸ ਤਾਂ ਕੀ ਬਣ ਜਾਂਦੀਆਂ, ਰਿਪਲਸਿਵ ਨੇਚਰ ਹੋ ਜਾਂਦਾ ਇਹਨਾਂ ਦਾ। ਠੀਕ ਹੈ, ਅਤੇ ਆਪਸ ਦੇ ਵਿੱਚ ਕੀ ਕਰਨਗੇ, ਰਿਪੈਲ ਕਰੇਗੀ। ਜੇ 2 ਫਰਮੀ ਮਤਲਬ 2 ਫਰਮੀ ਕਿੰਨਾ ਕੁ ਹੋ ਗਿਆ, 1 ਫਰਮੀ ਦੀ ਵੈਲਿਊ ਇੰਨੀ ਹੈ 10⁻⁻15 ਮੀਟਰ, ਅਤੇ 2 ਫਰਮੀ ਕਿੰਨਾ ਹੋ ਜਾਏਗਾ, 2 ਟਾਈਮਸ ਕਰ ਦਿਓ ਇਹਨੂੰ। ਠੀਕ ਹੈ, ਅਤੇ ਫਿਰ ਆ ਗਿਆ ਸ਼ੋਰਟ ਰੇਂਜ ਹੈਗੀਆਂ ਨੇ,
ਸ਼ੋਰਟ ਰੇਂਜ ਮਤਲਬ ਜੇ 2 ਫਰਮੀ ਤੋਂ ਘੱਟ ਰੇਂਜ ਦੀ ਆਪਾਂ ਲਵਾਂਗੇ ਤਾਂ ਆ ਰਿਪਲਸਿਵ ਨੇਚਰ ਸ਼ੋ ਕਰੇਗਾ। ਅਦਰਵਾਈਜ਼ ਨਿਊਕਲੀਅਰ ਫੋਰਸਿਸ ਦਾ ਨੇਚਰ ਕੀ ਹੁੰਦਾ ਹੈ, ਅਟਰੈਕਟਿਵ ਨੇਚਰ ਹੁੰਦਾ ਇਹਦਾ ਹਮੇਸ਼ਾ। ਠੀਕ ਹੈ, ਜੇ 2 ਫਰਮਿੰਗ ਤੋਂ ਆਪਾਂ ਘੱਟ ਰੇਂਜ ਲੈ ਲਾਂਗੇ ਤੇ 2 ਫਰਮਿੰਗ ਤੋਂ ਆਪਾਂ ਮੰਨ ਲਓ 0.5 ਫਰਮੀ ਲੈ ਲਈ ਤਾਂ ਇਹਦਾ ਜਿਹੜਾ ਨੇਚਰ ਹੋਏਗਾ ਉਹ ਰਿਪਲਸਿਵ ਨੇਚਰ ਬਣ ਜਾਏਗਾ। ਠੀਕ ਹੈ, ਆ ज़्यादा दूर तक काम नहीं करदियाँ, बस ਜਿਹੜੇ ਨਿਊਕਲੀਅਸ ਹੈਗਾ ਉਹਦੇ ਵਿੱਚ ਹੀ ਕੰਮ ਕਰਦੀਆਂ ਨੇ। ਪ੍ਰੋਟੋਨ ਨਿਊਟਰੋਨ ਦੇ ਵਿੱਚ ਆਪਸ ਦੇ ਵਿੱਚ ਇੰਟਰੈਕਟ ਕਰਦੀਆਂ ਰਹਿੰਦੀਆਂ ਨੇ। ਆ ਗ੍ਰੈਵੀਟੇਸ਼ਨਲ ਦੀ ਤਰ੍ਹਾਂ ਜਿਵੇਂ ਕੋਈ ਵੀ ਓਬਜੈਕਟ ਹੈ, 2 ਓਬਜੈਕਟ ਐਵੇਂ ਸ਼ੋ ਨਹੀਂ ਕਰੇਗੀ ਆਪਣੀ ਪ੍ਰੋਪਰਟੀ ਨੂੰ, ਬਸ ਆ ਨਿਊਕਲੀਅਸ ਦੇ ਅੰਦਰ ਹੀ ਆਪਣਾ ਜਿਹੜਾ ਰਿਪਲਸਿਵ ਤੇ ਅਟਰੈਕਟਿਵ ਨੇਚਰ ਸ਼ੋ ਕਰੇਗੀ। ਇਸ ਲਈ ਇਹਨੂੰ ਸ਼ੋਰਟ ਰੇਂਜ ਫੋਰਸਿਸ ਕਿਹਾ ਗਿਆ ਹੈ। ਨੈਕਸਟ ਜਿਹੜਾ ਹੈ ਨਿਊਕਲੀਅਰ ਫੋਰਸ ਹਮੇਸ਼ਾ ਕੀ ਹੁੰਦੀ ਹੈ, ਸਪਿਨ ਇੰਡੀਪੈਂਡੈਂਟ ਹੁੰਦੀ ਹੈ। ਠੀਕ ਹੈ, ਸਪਿਨ 'ਤੇ ਡਿਪੈਂਡ ਨਹੀਂ ਕਰਦੀਆਂ। ਜਿਵੇਂ ਕਿ ਹੁਣ ਜਿਹੜੀ ਸਪਿਨ ਪੈਰਲਲ ਸਪਿਨ ਹੋਣਗੀਆਂ ਉਹ ਕੀ ਹੁੰਦੀਆਂ ਨੇ, ਸਟਰੋਂਗ ਨਿਊਕਲੀਅਰ ਫੋਰਸਿਸ ਹੁੰਦੀਆਂ ਨੇ। ਲੈਸ ਜਿਹੜੀ ਸਟਰੋਂਗ ਫੋਰਸਿਸ ਹੋਣਗੀਆਂ ਉਹ ਜਿਹੜੇ ਓਪੋਜ਼ਿਟ ਹੋਣਗੀਆਂ ਉਹ ਲੈਸ ਸਟਰੋਂਗ ਹੋਣਗੀਆਂ ਨਿਊਕਲੀਅਰ ਫੋਰਸਿਸ। ਠੀਕ ਹੈ, ਇੱਕ ਕੀ ਹੁੰਦਾ ਕਿ ਜਿਹੜੀ ਨਿਊਕਲੀਅਰ ਫੋਰਸਿਸ ਹੈ ਉਹ ਇੰਡੀਪੈਂਡੈਂਟ ਹੁੰਦੀ ਹੈ ਚਾਰਜ 'ਤੇ। ਠੀਕ ਹੈ, ਪ੍ਰੋਟੋਨ 'ਤੇ ਕੀ ਚਾਰਜ ਹੈ, ਨਿਊਟਰਨ ਪ੍ਰੋਟੋਨ 'ਤੇ ਕੀ ਚਾਰਜ ਹੈ, ਇਹਨਾਂ 'ਤੇ ਡਿਪੈਂਡ ਨਹੀਂ ਕਰਦੀ। ਨਿਊਟਰਨ ਤੁਹਾਨੂੰ ਪਤਾ ਹੀ ਨਿਊਟਰਲ ਹੁੰਦਾ ਹੈ, ਪ੍ਰੋਟੋਨ 'ਤੇ ਚਾਰਜ ਪੋਜ਼ੀਟਿਵ ਹੁੰਦਾ ਹੈ, ਫਿਰ ਵੀ ਕੀ ਹੈ ਨਿਊਕਲੀਅਸ ਨੂੰ ਬਾਉਂਡ ਕਰਕੇ ਰੱਖਦੀਆਂ ਨੇ। ਠੀਕ ਹੈ, ਇਸ ਲਈ ਆ ਚਾਰਜ 'ਤੇ ਇੰਡੀਪੈਂਡੈਂਟ ਹੁੰਦੀ ਹੈ। ਅਤੇ ਉਸ ਤੋਂ ਬਾਅਦ ਹੈ ਨੋਨ ਸੈਂਟਰਲ ਫੋਰਸ। ਨੋਨ ਸੈਂਟਰਲ ਫੋਰਸ ਮਤਲਬ ਬਾਕੀ ਜਿਹੜੀ ਫੋਰਸਿਸ ਹੁੰਦੀਆਂ ਨੇ ਸੈਂਟਰ 'ਤੇ ਲੱਗਦੀਆਂ ਨੇ। ਠੀਕ ਹੈ, ਜਿਵੇਂ ਗ੍ਰੈਵੀਟੇਸ਼ਨਲ ਦੀ ਆਪਾਂ ਗੱਲ ਕਰ ਲਈਏ ਅਤੇ ਉਹ ਕੀ ਕਰਦੀਆਂ ਨੇ, ਸੈਂਟਰ ਤੋਂ ਲੱਗਦੀਆਂ ਨੇ। ਉਹ ਬੋਡੀ ਦਾ ਜਿਵੇਂ ਉਹਦਾ ਵੇਟ ਹੋਏਗਾ ਉਹਦੇ ਸੈਂਟਰ ਤੋਂ ਹੀ ਮੇਜ਼ਰ ਕਰਕੇ ਉਹ ਕੀ ਕਰੇਗਾ, ਉਹ ਫੋਰਸ ਲੱਗੇਗੀ। ਪਰ ਆਹ ਫੋਰਸਿਸ ਕੀ ਕਰਦੀਆਂ ਨੇ, ਸੈਂਟਰ 'ਤੇ ਨਹੀਂ ਲੱਗਦੀਆਂ, ਆ ਸਿਰਫ ਸਾਈਡ 'ਤੇ ਲੱਗਦੀ ਹੈ ਫੋਰਸ, ਕਿਸੇ ਵੀ ਓਬਜੈਕਟ ਦੇ ਸਾਈਡ 'ਤੇ। ਵੈਸੇ ਤਾਂ ਕੀ ਹੋਏਗੀ, ਓਨਲੀ ਨਿਊਕਲੀਅਸ ਦੇ ਵਿੱਚ ਹੀ ਸਾਰਾ ਨਿਊਕਲੀਅਰ ਫੋਰਸਿਸ ਹੈ ਅਤੇ ਨਿਊਕਲੀਅਸ ਦੇ ਉੱਤੇ ਹੀ ਅਪਲਾਈ ਹੋਣਗੀਆਂ, ਜਿਹੜੀ ਕੀ ਹੈ ਸਾਈਡ 'ਤੇ ਲੱਗਣਗੀਆਂ। ਉਸ ਤੋਂ ਬਾਅਦ ਹੈ ਨਿਊਕਲੀਅਰ ਫੋਰਸਿਸ ਆਰ ਸੈਚੂਰੇਟਿਡ ਕਿਵੇਂ ਕਿ ਸੈਚੂਰੇਟਿਡ ਸਟੇਟ ਦਾ ਮਤਲਬ ਹੈ ਕਿ ਰੇਂਜ ਸੇਮ ਹੋ ਜਾਂਦੀ ਹੈ। ਬਾਈਂਡਿੰਗ એનર્ਜੀ ਕਰਵ ਆਪਾਂ ਨੂੰ ਪਤਾ ਹੈ, ਬਾਈਂਡਿੰਗ એનર્ਜੀ ਕਰਵ ਕੀ ਹੁੰਦੀ ਹੈ, ਜਦੋਂ ਇਹਦੀ ਜਿਹੜਾ ਮਾਸ ਨੰਬਰ ਹੈ ਉਹ ਘੱਟ ਹੋ ਜੇ, ਗ੍ਰੇਟਰ ਹੋ ਜੇ 40 ਤੋਂ। ਦੇਖੋ ਆਪਾਂ ਰੇਂਜ ਦੀ ਹੈ 0 ਤੋਂ ਸ਼ੁਰੂ ਹੋਇਆ, ਇੱਥੇ ਆ ਕੇ ਮੰਨ ਲਓ ਰੇਂਜ ਆਪਣੀ 40 ਹੈ। ਠੀਕ ਹੈ, 40 ਤੋਂ ਜ਼ਿਆਦਾ ਹੋ ਜਾਏ ਅਤੇ ਆਪਾਂ ਨੂੰ ਇੱਕ ਸੈਚੂਰੇਟਿਡ ਸਟੇਟ ਮਿਲੇਗੀ, ਜਿੱਥੇ ਕੀ ਹੈ ਜਿਹੜਾ ਆਪਣਾ ਗ੍ਰਾਫ ਹੈ ਉਹ ਫਲੈਟ ਹੋ ਜਾਂਦਾ ਹੈ। ਠੀਕ ਹੈ, ਅਤੇ ਉਹਦੇ ਵਿੱਚ ਉਸ ਕਰਵ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਅਤੇ ਉਹ ਕਦੋਂ ਹੋਏਗਾ, ਜਦੋਂ ਮਾਸ ਨੰਬਰ ਕੀ ਹੋ ਜਾਏਗਾ, ਗ੍ਰੇਟਰ ਦੈਨ 40 ਹੋ ਜਾਏਗਾ। ਠੀਕ ਹੈ, ਇਸ ਲਈ ਨਿਊਕਲੀਅਰ ਫੋਰਸਿਸ ਜਿਹੜੀ ਹੁੰਦੀਆਂ ਨੇ ਓਨਲੀ ਕਦੋਂ ਲੱਗਦੀਆਂ ਨੇ, ਜਦੋਂ ਐਟੋਮਿਕ ਨੰਬਰ ਗ੍ਰੇਟਰ ਦੈਨ 40 ਹੋਵੇ। ਠੀਕ ਹੈ, ਅਤੇ ਹੁਣ ਆਪਣਾ ਇੱਕ ਹੋਰ ਦੇਖ ਲਓ, ਆਪਾਂ ਕੰਪੈਰੀਜ਼ਨ ਕੀਤਾ ਹੋਇਆ, ਜਿਹੜੀ ਨਿਊਕਲੀਅਰ ਫੋਰਸਿਸ ਹੁੰਦੀਆਂ ਨੇ ਉਹ ਕਿਹਦੇ ਤੋਂ ਹੁੰਦੀਆਂ ਨੇ, ਨਿਊਕਲੀਅਰ ਫੋਰਸਿਸ ਜਿਹੜੀ ਹੁੰਦੀਆਂ ਨੇ ਇਲੈਕਟ੍ਰੋਮੈਗਨੈਟਿਕ ਫੋਰਸ ਤੋਂ ਵੀ ਜ਼ਿਆਦਾ ਹੁੰਦੀ ਹੈ। ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਹੁੰਦੀ ਹੈ ਉਹ ਵੀਕ ਫੋਰਸਿਸ ਤੋਂ ਵੀ ਜ਼ਿਆਦਾ ਹੁੰਦੀ ਹੈ, ਅਤੇ ਵੀਕ ਫੋਰਸਿਸ ਕਿਹਦੇ ਨਾਲ ਜ਼ਿਆਦਾ ਹੁੰਦੀ ਹੈ, ਗ੍ਰੈਵੀਟੇਸ਼ਨਲ ਫੋਰਸ ਤੋਂ ਵੀ ਵੱਧ ਹੁੰਦੀ ਹੈ। ਅਤੇ ਸਭ ਤੋਂ ਜ਼ਿਆਦਾ ਸਟਰੋਂਗ ਫੋਰਸਿਸ ਕਿਹੜੀ ਹੈਗੀ, ਨਿਊਕਲੀਅਰ ਫੋਰਸਿਸ। ਅਤੇ ਆਪਣਾ ਆਨਸਰ ਕਿਹੜਾ ਹੋ ਗਿਆ, ਹੁਣ ਫਿਰ ਦੇਖੋ ਆਨਸਰ ਆਪਣਾ ਆ ਗਿਆ ਕਿ ਫਸਟ ਤਾਂ ਹੋ ਨਹੀਂ ਸਕਦਾ ਸ਼ੋਰਟ ਰੇਂਜ, ਚਾਰਜ ਡਿਪੈਂਡੈਂਟ ਆਪਾਂ ਗੱਲ ਕੀਤੀ, ਚਾਰਜ ਇੰਡੀਪੈਂਡੈਂਟ ਹੁੰਦਾ ਹੈ। ਲੌਂਗ ਰੇਂਜ ਦੀ ਆਪਾਂ ਗੱਲ ਨਹੀਂ ਕੀਤੀ, ਸ਼ੋਰਟ ਰੇਂਜ ਤਾਂ ਹੁੰਦੀ ਹੈ, ਲੌਂਗ ਰੇਂਜ ਦੀ ਆਪਾਂ ਕੋਈ ਗੱਲ ਨਹੀਂ ਕੀਤੀ, ਚਾਰਜ ਡਿਪੈਂਡੈਂਟ ਆ ਵੀ ਨਹੀਂ ਆਏਗਾ। ਸ਼ੋਰਟ ਰੇਂਜ ਦੀ ਗੱਲ ਕੀਤੀ ਸੀ, ਚਾਰਜ ਇੰਡੀਪੈਂਡੈਂਟ ਹੁੰਦਾ, ਆ ਵੀ ਗੱਲ ਸਹੀ ਸੀ। ਚਾਰਜ ਇੰਡੀਪੈਂਡੈਂਟ ਹੁੰਦਾ ਇੱਧਰ, ਪਰ ਲੌਂਗ ਰੇਂਜ ਨਹੀਂ ਹੁੰਦੀ। ਆਨਸਰ ਕੀ ਆਏਗਾ ਆਪਣਾ ਸੀ। ਨੈਕਸਟ ਕੁਐਸਚਨ ਆਪਣਾ ਜਿਹੜਾ ਹੈ ਉਹ ਹੈ ਕਿ ਇਨ ਦਾ ਨਿਊਕਲੀਅਸ with even n and odd z। n ਕੀ ਹੁੰਦਾ ਹੈ, ਨਿਊਕਲੀਅਸ ਦਾ ਨੰਬਰ, z ਕੀ ਹੈ, ਇਹਦਾ ਐਟੋਮਿਕ ਨੰਬਰ ਜਾਂ ਪ੍ਰੋਟੋਨ ਨਿਊਟਰੋਨ ਜਿਹੜਾ ਹੁੰਦੀ ਹੈ ਪ੍ਰੋਟੋਨ ਨੰਬਰ। ਠੀਕ ਹੈ, ਪ੍ਰੋਟੋਨ ਨੰਬਰ ਆਪਾਂ ਨੂੰ ਓਡ ਦਿੱਤਾ ਹੈ ਅਤੇ ਨਿਊਟਰੋਨ ਦਾ ਨੰਬਰ ਕਿੰਨਾ ਦਿੱਤਾ ਹੈ, ਈਵਨ ਦਿੱਤਾ ਹੈ। ਅਤੇ ਆਪਾਂ ਨੂੰ ਕੀ ਕਰਨਾ ਹੈ, ਗਰਾਊਂਡ ਸਟੇਟ ਸਪਿਨ ਜਿਹੜੀ ਹੁੰਦੀ ਹੈ ਉਹ ਕੀ ਕਰਨੀ ਹੈ, ਡਿਟਰਮਾਈਨ ਕਰਨੀ ਹੈ ਕੀ ਹੁੰਦੀ ਹੈ। ਲਾਸਟ ਓਡ ਪ੍ਰੋਟੋਨ ਹੁੰਦਾ ਹੈ, ਈਵਨ ਲਾਸਟ ਓਡ ਨਿਊਟਰੋਨ ਹੁੰਦਾ ਹੈ, ਓਲ ਪ੍ਰੋਟੋਨ ਹੁੰਦੇ ਨੇ ਜਾਂ ਓਲ ਨਿਊਟਰੋਨ ਹੁੰਦੇ ਨੇ। ਆਪਾਂ ਦੇਖਾਂਗੇ ਆਪਾਂ ਕੀ ਹੁੰਦਾ ਹੈ। ਹੁਣ ਆਪਾਂ ਨੂੰ ਪਤਾ Z ਐਟੋਮਿਕ ਨੰਬਰ ਹੁੰਦਾ ਹੈ, Z ਐਟੋਮਿਕ ਨੰਬਰ ਹੈ ਅਤੇ N ਨਿਊਟਰੋਨ ਨੰਬਰ ਹੈ, ਅਤੇ ਮਾਸ ਨੰਬਰ ਆਪਣੇ ਕੋਲ ਕੀ ਹੁੰਦਾ, ਦੋਨਾਂ ਦਾ ਸਮ ਜਿਹੜਾ ਹੁੰਦਾ ਆਪਾਂ ਨੂੰ ਮਾਸ ਨੰਬਰ ਹੁੰਦਾ ਹੈ। ਅਤੇ ਜਿਹੜਾ ਹੁਣ ਆਪਾਂ ਨੂੰ ਪਤਾ ਹੈ ਜਿਹੜਾ Z ਆਪਾਂ ਨੂੰ ਓਡ ਦਿੱਤਾ ਹੈ
Z ओड है, Z किहदे इक्वल हुंदा है, प्रोटोन के नंबर के इक्वल हुंदा है, तो प्रोटोन भी की हो गया, ओड हो गया। N की है, ईवन है। तो हुण आपां नूं पता स्पिन किवें इंडीकेट करदी है, जे ईवन स्पिन है, जे मान लो ईवन है तो 2 लै ली। ईवन स्पिन दे विच आपां 4 मान के चलदे हां, 4 अपने कोल एटॉमिक नंबर आपां ले लिया 4। तो इहदी जिहड़ी स्पिन होएगी वो किवें इंडीकेट करांगे, एक अप डाउन करके 4 आपां की कर लिया, फिल कर ली। तो आ आपां काउंट नहीं करांगे क्योंकि इहदे सारा कुछ की हो गया, बैलेंस हो गया तो कैंसल हो गया ने, ठीक है। तो ओड नंबर दे विच की हुंदा, हमेशा याद रखियो ईवन नंबर दे विच जदों आप शैल मॉडल डिस्कस करते हैं उहदे विच स्पिन पैरिटी वगैरह निकालते हाँ, उदों आपां जिहड़ी ईवन नंबर वालियां हुंदियां ने स्पिन्स उन्हां नूं निगलैक्ट कर दिंदे हैं क्योंकि वो की कर जांदियां ने, बैलेंस कर जांदियां ने, ठीक है। तो प्रोटोन की हुंदा एक ओड नंबर है, उहदे विच की होएगा अपने कोल 2 तां आपस दे विच बैलेंस हो जाणगे, 4 जिहड़ियां ने, पर एक जिहड़ी स्पिन रह जाती है। हमेशा ओड नंबर दे विच अपने कोल एक स्पिन जिहड़ी है रह जाती है। तो इस लई जिहड़ा आंसर जिहड़ा आएगा अपना वो की आएगा, द लास्ट ओड प्रोटोन, क्योंकि इहदे च प्रोटोन ही ओड नंबर सी। जे N ओड हुंदा फिर अपना आंसर की बन जाना सी, N ओड द लास्ट ओड न्यूट्रॉन बन जाना सीगा। हुण की है, प्रोटोन ओड है तो अपने को आंसर की बनेगा, लास्ट ओड प्रोटोन दे विच एक स्पिन जिहड़ी है बच जाती है। उस तो बाद है नैक्सट क्वेश्चन अपना, विच टाइप ऑफ रेडियो एक्टिव एमीटर हैज़ द लॉन्गेस्ट हाफ लाइफ। लॉन्गेस्ट हाफ लाइफ किहदी हुंदी है, पहला आ ध्यान च रखो, जिहड़े रेडियो एक्टिव एमीटर्स जिहड़े अल्फा बीटा गामा एमीटर्स जिहड़े हुंदे ने उन्हां दा जिहड़ा मोमेंटम हुंदा वो हमेशा सेम रहिंदा है। जे मोमेंटम सेम है तो उन्हां दी वेवलेंथ भी की होएगी, सेम होएगी, ठीक है। तो वेवलेंथ सेम होएगी, वो किहदे अकॉर्डिंग, जिहड़ा अपना डी ब्रोगली हाइपोथेसिस है उनके अकॉर्डिंग आपां देख सकते हैं। तो इहदे विच इहदा आंसर आपां देखिए तो नन होएगा, क्योंकि जे इन्हां दी मोमेंटम सेम है तो इन्हां दी जो हाफ लाइफ होएगी वो भी की होएगी, सेम होएगी, पर इहदे च कोई ऑप्शन नहीं हैगी, तो आपां नन ऑफ दीज की करांगे, टिक करांगे। उस तो बाद थोड़ा होर एडवांस च इहनूं देख लैने, कंसैप्ट क्लीयर कर लैने, अल्फा मीटर की हुंदा, बीटा मीटर की हुंदा, गामा मीटर की हुंदा। तो अल्फा मीटर की गल करिए, कोई भी अपने कोल पेरेंट एटम है वो जदों भी रेडिएट करता है तो किहदे विच टुट जाता है, एक डोटर न्यूक्लियस दे विच ते अल्फा पार्टिकल दे विच, ठीक है। तो आ अपने कोल इहदी की हुंदी है, इक्वेशन है, ठीक है। तो जिहड़ा अल्फा मीटर हुंदा है, रेडिएशन जिहड़ी है अमिट करदा है किहदी फॉर्म दे विच, अल्फा 4 2 दे विच। आ की हुंदा है, हीलीयम हुंदा है, ठीक है। अल्फा पार्टिकल नूं आपां हीलीयम भी कहंदे हैं। तो जिहड़ी एटॉमिक नंबर अपना है, जिहड़ा मास नंबर है वो की करेगा, 4 घट हो जाएगा, तो एटॉमिक नंबर जिहड़ा 2 घट जाएगा, क्योंकि इधर आपां की करना है, हीलीयम बनाना है। हीलीयम की हुंदा 4 ते 2 हुंदा। आ 4 कदों होएगा, जदों इधरों मास नंबर दे विच 4 लैस होणगे, डोटर न्यूक्लियस दे विचों 4 लैस होणगे, ते मास नंबर दे विचों 2 घट होणगे, ठीक है। तां ही अपने कोल एक अल्फा पार्टिकल जिहड़ा बनेगा। नैक्सट है बीटा डिके। एग्जाम दे विच रिएक्शन नूं कंपैरिजन करने लई भी आ जाती है, क्योंकि कोई भी अपन एग्जाम्पल दिते यूरेनियम दे देंगे या कुछ होर दे देंगे, तो आपां की करना है, उहदे च अल्फा मीटर या किहड़ी रेडिएशन जिहड़ी एमिशन हो रही है उहदे विच वो दसनी होवेगी भी किन्ने इहदे च एटॉमिक नंबर घट हो रहे हैं, किन्ने वध रहे हैं किसी रिएक्शन दे विच, ठीक है। तो हुण आपां गल करते हैं बीटा मीटर की। बीटा मीटर भी 2 तरह नाल होणगे, एक माइनस बीटा माइनस दे नाल, एक बीटा प्लस दे नाल डिके करदा है, ठीक है। डिके करना मतलब अगे टुट जाना, ठीक है। तो जिहड़ी भी अपने कोल रिएक्शन जिहड़ी आएगी वो एवें आएगी, जिहड़ा भी अपने कोल पेरेंट एटम या न्यूक्लियस होगा वो अगे की करेगा, टुट जाएगा एक बीटा माइनस दे विच, जे बीटा माइनस डिके वाली है, तो बीटा प्लस डिके है जे प्लस दे विच, ठीक है। तो जे इत्थे प्लस है तो इत्थे एटॉमिक नंबर 1 घट हो जाएगा, जे इत्थे माइनस है तो इत्थे एटॉमिक नंबर 1 वध जाएगा, ठीक है। तो नैक्सट है गामा एमिशन। गामा एमिशन दे विच कोई रिएक्शन दे विच चेंज नहीं आता, बस इहदे विच जदों रिएक्शन हुंदी है, रेडिएशन की करदियां ने, अमिट करदी है, ठीक है। रेडिएशन अमिट हुंदी है जिन्हों आपां गामा रे कहने हैं, ठीक है। बाकी जिहड़ा पेरेंट डॉटर न्यूक्लियस जिवें होएगा उहदे च बस रेडिएशन की करेगी, बाहर निकलेगी। हाफ लाइफ की हुंदी है,
टाइम ड्यूरिंग विच हाफ ऑफ द रेडिएशन न्यूक्लियर डिके, ਜਦੋਂ ਵੀ ਕੋਈ ਰੇਡੀਏਸ਼ਨ ਹੁੰਦੀ ਹੈ ਉਹਦਾ ਹਾਫ ਟਾਈਮ ਕੀ ਹੋ ਜਾਂਦਾ ਹੈ, ਹਾਫ ਜਿਹੜੀ ਰੇਡੀਏਸ਼ਨ ਹੋਏਗੀ ਉਹ ਹਾਫ ਹੋ ਜਾਏਗੀ ਕਦੋਂ, ਇੱਕ ਟਾਈਮ ਪੀਰੀਅਡ ਤੋਂ ਬਾਅਦ, ਕੋਈ ਵੀ ਟਾਈਮ ਪੀਰੀਅਡ ਤੋਂ ਬਾਅਦ। ਠੀਕ ਹੈ, ਕਿਵੇਂ ਮੰਨ ਲਓ ਕੋਈ ਐਗਜ਼ਾਮਪਲ ਲਈਏ ਆਪਾਂ ਕਿ ਐਟਮ ਹੈਗੇ ਨੇ ਆਪਣੇ ਕੋਲ 1 ਲੱਖ ਐਟਮ ਹੈਗੇ ਨੇ, ਆ ਕੀ ਹੈ ਰੇਡੀਓ ਐਕਟਿਵ ਹੈਗੇ ਨੇ। ਜਦੋਂ ਇਹਨਾਂ ਦਾ ਆਪਾਂ ਹਾਫ ਲਾਈਫ ਟਾਈਮ ਪੀਰੀਅਡ ਨਿਕਾਲਿਆ ਗਿਆ, ਹਾਫ ਲਾਈਫ ਨਿਕਾਲੀ ਗਈ ਤਾਂ ਕੀ ਹੋਇਆ, ਜਦੋਂ ਰੇਡੀਏਸ਼ਨ ਹੋਈ, ਰੇਡੀਓ ਐਕਟਿਵ ਰੇਡੀਏਸ਼ਨ ਹੋਈਆਂ ਤਾਂ ਉਦੋਂ ਕੀ ਹੋਇਆ ਬਚਿਆ, ਜਦੋਂ ਹਾਫ ਟਾਈਮ ਦੇ ਬਾਅਦ ਆਪਾਂ ਦੇਖਿਆ ਕਿ ਉਹਦੇ 'ਚ ਕਿੰਨੇ ਜਿਹੜੇ ਐਟਮ ਨੇ ਉਹ ਅੱਗੇ ਗਏ। ਠੀਕ ਹੈ, ਉਹ ਕਿੰਨੇ ਗਏ, ਉਹ ਜਿੰਨੇ ਟੋਟਲ ਸੀਗੇ ਉਹਦੇ ਹਾਫ। ਅਤੇ ਨੈਕਸਟ ਲੈਵਲ 'ਤੇ ਅਗਰ ਦੇਖਾਂਗੇ ਵੀ ਦੂਜੀ ਹਾਫ ਲਾਈਫ ਟਾਈਮ ਕੀ ਹੋਏਗਾ, ਅਤੇ ਜਿਹੜੇ ਇਸ ਤੋਂ ਉੱਤੇ ਵਾਲੇ ਸੀਗੇ ਉਹਦਾ ਹਾਫ ਹੋ ਜਾਣਗੇ, ਅਤੇ ਨੈਕਸਟ ਵਿੱਚ ਇਹਦਾ ਹਾਫ ਹੋ ਜਾਣਗੇ। ਠੀਕ ਹੈ, ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣੇ ਕੋਲ ਫਾਰਮੂਲਾ ਆਏਗਾ ਹਾਫ ਲਾਈਫ ਦਾ ਕੀ ਹੁੰਦਾ, ਇਹਨੂੰ ਯਾਦ ਰੱਖਿਓ। ਹਾਫ ਲਾਈਫ ਦਾ ਫਾਰਮੂਲਾ ਕੀ ਹੈ, ਟੀ ਹਾਫ ਇਜ਼ ਇਕੁਅਲ ਟੂ 0.693 ਅਪੋਨ ਲੈਮਡਾ। ਠੀਕ ਹੈ, ਆ ਕੀ ਹੈ ਆਪਣੇ ਕੋਲ ਹਾਫ ਲਾਈਫ ਟਾਈਮ, ਹਾਫ ਲਾਈਫ ਕੱਢਣ ਦਾ ਫਾਰਮੂਲਾ ਹੈ। ਅਤੇ ਲੋ ਕੀ ਹੈਗੇ ਨੇ ਰੇਡੀਓ ਐਕਟੀਵਿਟੀ ਦੇ, ਕਿ ਕੋਈ ਵੀ ਰੇਡੀਓ ਐਕਟਿਵ ਐਲੀਮੈਂਟ ਹੈਗੇ ਨੇ ਉਹ ਕੰਪਲੀਟਲੀ ਡਿਕੇ ਕਦੇ ਵੀ ਨਹੀਂ ਕਰਨਗੇ, ਪੂਰੇ ਦੇ ਪੂਰੇ ਕਦੇ ਵੀ ਡਿਕੇ ਨਹੀਂ ਕਰਦੇ। ਕੋਈ ਵੀ ਰੇਡੀਓ ਐਕਟਿਵ ਐਲੀਮੈਂਟ ਜਿਹੜੇ ਆ ਉਹ ਕਦੇ ਵੀ ਕੰਪਲੀਟਲੀ ਡਿਕੇ ਨਹੀਂ ਕਰਦੇ, ਅਤੇ ਇਹਨਾਂ ਨੂੰ ਡਿਕੇ ਕਰਨ ਲਈ, ਕੰਪਲੀਟਲੀ ਡਿਕੇ ਕਰਨ ਲਈ ਇਨਫਾਈਨਾਈਟ ਟਾਈਮ ਜਿਹੜਾ ਚਾਹੀਦਾ ਹੁੰਦਾ ਹੈ। ਜੇ ਇਹ ਕੰਪਲੀਟਲੀ ਡਿਕੇ ਵੀ ਕਰਨਗੇ ਤਾਂ ਇਹਨਾਂ ਨੂੰ ਇਨਫਾਈਨਾਈਟ ਟਾਈਮ ਚਾਹੀਦਾ। ਐਂ ਨਹੀਂ ਕਿ ਆਪਾਂ ਹੁਣੇ ਕੋਈ ਐਟਮ ਦਿੱਤਾ, ਉਹਦੀ ਰੇਡੀਏਸ਼ਨ ਰੇਡੀਓ ਐਕਟਿਵ ਨੂੰ ਆਪਾਂ ਡਿਕੇ ਕਰਵਾਇਆ ਤਾਂ ਉਹ ਨਾਲ ਦੀ ਨਾਲ ਹੀ ਕੀ ਕਰੇਗਾ, ਡਿਕੇ ਕਰ ਜਾਏਗਾ। ਨਹੀਂ, ਉਹਨੂੰ ਬਹੁਤ ਟਾਈਮ ਚਾਹੀਦਾ ਹੈ ਡਿਕੇ ਕਰਨ ਲਈ। ਠੀਕ ਹੈ, ਥਰਡ ਕੀ ਹੈ ਕਿ ਨੰਬਰ ਆਫ ਡਿਕੇਇੰਗ ਐਟਮ ਜਿਹੜੇ ਹੁੰਦੇ ਨੇ, ਕਿੰਨੇ ਨੰਬਰ ਆਫ ਐਟਮ ਡਿਕੇ ਕੀਤੇ, ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੇ ਨੇ, ਜਿਹੜੇ ਓਰੀਜਨਲ ਐਟਮ ਦੇ ਨੰਬਰ ਹੋਣਗੇ। ਠੀਕ ਹੈ, ਪਰ ਹੋਣਗੇ ਕੀ ਨੈਗੇਟਿਵ ਸਾਈਨ ਦੇ ਵਿੱਚ। ਠੀਕ ਹੈ, ਕਿਉਂਕਿ ਉਹਦੇ ਵਿੱਚ ਕੁਛ ਨਾ ਕੁਛ ਬਾਹਰ ਨਿਕਲੇਗਾ, ਜਿਹਦੇ ਕਰਕੇ ਐਟਮ ਕੀ ਹੋਣਗੇ, ਡਿਕਰੀਜ਼ ਹੋਣਗੇ। ਠੀਕ ਹੈ, ਐਟਮ ਦੇ ਵਿੱਚੋਂ ਕੁਛ ਨਾ ਕੁਛ ਰੇਡੀਏਸ਼ਨ ਜਦੋਂ ਹੁੰਦੀ ਹੈ ਤਾਂ ਕੀ ਹੁੰਦਾ, ਉਹਦੇ 'ਚੋਂ ਐਟਮਸ ਦੇ ਵਿੱਚੋਂ ਕੁਛ ਨਾ ਕੁਛ ਬਾਹਰ ਨਿਕਲਣਗੇ, ਅਤੇ ਐਟਮ ਦੇ ਵਿੱਚ ਕੀ ਹੈ ਜੀ, ਡੈਫੀਸ਼ੀਐਂਸੀ ਆ ਜਾਏਗੀ, ਡਿਕੇ ਕੀਤਾ ਹੈ ਤਾਂ। ਅਤੇ ਇਸ ਲਈ ਜਿਹੜੇ ਨੰਬਰ ਆਫ ਓਰੀਜਨਲ ਐਟਮ ਜਿਹੜੇ ਹੋਣਗੇ ਉਹ ਕੀ ਹੋਣਗੇ, ਮਾਈਨਸ ਟਾਈਮ ਹੋਣਗੇ। ਠੀਕ ਹੈ, ਨੈਕਸਟ ਹੈ, ਅਤੇ ਆਨਸਰ ਕੀ ਆਇਆ ਆਪਣਾ ਇਹਦਾ ਫਿਰ ਜਿਹੜਾ, ਚਲੋ ਵੀ ਆਹ ਤਾਂ ਡਿਸਕਸ ਹੋ ਗਿਆ ਸੀ। ਅਮੀਟਰ ਦੇ ਵਿੱਚ ਰੇਡੀਏਸ਼ਨ ਨੋ ਨਨ ਆਏਗਾ, ਕਿਉਂਕਿ ਸਾਰਿਆਂ ਦੀ ਵੇਵਲੈਂਥ ਮੋਮੈਂਟਮ ਜਿਹੜਾ ਸੇਮ ਹੁੰਦਾ ਹੈ, ਅਤੇ ਹਾਫ ਲਾਈਫ ਵੀ ਸੇਮ ਹੀ ਹੋਏਗੀ। ਨੈਕਸਟ ਹੈ ਆਪਣਾ ਕਿ ਇਨ ਵਿਚ ਦ ਫੋਲੋਇੰਗ ਰੇਡੀਏਸ਼ਨਸ ਡਿਟੈਕਟਰ ਇਜ਼ ਫਾਸਫੋਰ ਯੂਜ਼। ਫੋਸਫੋਰ ਯੂਜ਼ ਕਿਹਦੇ ਵਿੱਚ, ਕਿਹੜੇ ਡਿਟੈਕਟਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਨੀਚੇ ਦਿੱਤੇ ਹੋਏ। ਠੀਕ ਹੈ, ਨੀਚੇ ਆਪਾਂ ਨੂੰ ਫੋਲੋਇੰਗ ਆਪਸ਼ਨਸ ਦਿੱਤੀਆਂ ਹੋਈਆਂ ਨੇ। GM ਕਾਊਂਟਰ ਦੇ ਵਿੱਚ ਯੂਜ਼ ਹੁੰਦਾ, ਪ੍ਰੋਪੋਰਸ਼ਨਲ ਕਾਊਂਟਰ ਦੇ ਵਿੱਚ ਯੂਜ਼ ਹੁੰਦਾ, ਸਕਿੰਟੀਲੇਸ਼ਨ ਕਾਊਂਟਰ ਦੇ ਵਿੱਚ ਯੂਜ਼ ਹੁੰਦਾ, ਜਾਂ ਸਾਰਿਆਂ ਦੇ ਵਿੱਚ ਯੂਜ਼ ਹੁੰਦਾ, ਉਹ ਆਪਾਂ ਦੇਖਣਾ ਹੈ। ਠੀਕ ਹੈ, ਇਹਦਾ ਆਨਸਰ ਆਏਗਾ ਸਕਿੰਟੀਲੇਸ਼ਨ। ਸਕਿੰਟੀਲੇਸ਼ਨਸ ਕਾਊਂਟਰ ਦੇ ਵਿੱਚ ਕੀ ਹੁੰਦਾ, ਫੋਸਫੋਰ ਮਟੀਰੀਅਲ ਜਿਹੜਾ ਯੂਜ਼ ਹੁੰਦਾ ਹੈ। ਠੀਕ ਹੈ, ਉਹ ਆਪਾਂ ਦੇਖਾਂਗੇ 1 by 1 GM ਕਾਊਂਟਰ ਦੇ ਵਿੱਚ। GM ਕਾਊਂਟਰ ਕੀ ਹੈ, ਕੰਸੈਪਟ ਵੀ ਤਾਂ ਆਪਾਂ ਅੱਗੇ ਯਾਦ ਰੱਖਣੇ ਨਾ, ਤਾਂ ਕਿ ਹੋਰ ਵੀ ਕੁਐਸਚਨ ਬਣ ਜਾਣ ਅਤੇ ਆਪਾਂ ਨੂੰ ਹੈਲਪਫੁਲ ਹੋਵੇ। ਠੀਕ ਹੈ, ਅਤੇ GM ਕਾਊਂਟਰ ਕੀ ਹੁੰਦਾ, ਆ ਯੂਜ਼ ਕਰਦਾ ਡਿਟੈਕਟਿੰਗ ਅਤੇ ਮੇਜ਼ਰਿੰਗ ਆਇਨਾਈਜ਼ਿੰਗ ਰੇਡੀਏਸ਼ਨ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਡਿਟੈਕਟ ਕਰਨ ਲਈ ਅਤੇ ਮੇਜ਼ਰ ਕਰਨ ਲਈ GM ਕਾਊਂਟਰ ਯੂਜ਼ ਕੀਤਾ ਜਾਂਦਾ ਹੈ। ਕਿਸ ਤਰ੍ਹਾਂ ਦੀ ਰੇਡੀਏਸ਼ਨਸ ਹੁੰਦੀਆਂ ਨੇ ਜਿਹੜੀਆਂ ਮੇਜ਼ਰ ਕਰਦਾ, ਉਹ ਅਲਫਾ ਪਾਰਟੀਕਲ, ਅਲਫਾ ਰੇਡੀਏਸ਼ਨ ਵੀ ਹੋ ਸਕਦੀ ਹੈ, ਬੀਟਾ ਰੇਡੀਏਸ਼ਨ ਵੀ ਹੋ ਸਕਦੀ ਹੈ, ਗਾਮਾ ਰੇਡੀਏਸ਼ਨ ਵੀ ਹੋ ਸਕਦੀਆਂ ਨੇ। ਠੀਕ ਹੈ, ਅਲਫਾ ਬੀਟਾ ਗਾਮਾ ਰੇਡੀਏਸ਼ਨ ਜਿਹੜੀ ਹੈ ਉਹ ਮੇਜ਼ਰ ਕਰਦਾ ਹੈ। ਸਕਿੰਟੀਲੇਸ਼ਨਸ ਕਾਊਂਟਰ ਕੀ ਹੁੰਦਾ, ਆ ਮੇਜ਼ਰ ਕਰਦਾ ਆਇਨਾਈਜ਼ਿੰਗ ਰੇਡੀਏਸ਼ਨ। ਠੀਕ ਹੈ, ਅਤੇ ਜਿਹੜਾ ਸੈਂਸਰ ਇਹਦੇ 'ਚ ਯੂਜ਼ ਕਰਦੇ ਆ ਉਹਨੂੰ ਸਕਿੰਟੀਲੇਟਰ ਕਹਿੰਦੇ ਆ। ਆਹ ਸਕਿੰਟੀਲੇਟਰ ਟਰਾਂਸਪੇਰੈਂਟ ਕ੍ਰਿਸਟਲ ਲੱਗਿਆ ਹੁੰਦਾ ਇਹਦੇ ਵਿੱਚ। ਜਿਹੜਾ ਟਰਾਂਸਪੇਰੈਂਟ ਕ੍ਰਿਸਟਲ ਹੁੰਦਾ ਉਹ ਕਿਹਦਾ ਬਣਿਆ ਹੁੰਦਾ ਕਿ ਫਾਸਫੋਰ ਅਤੇ ਪਲਾਸਟਿਕ ਜਾਂ ਔਰਗੈਨਿਕ ਲਿਕੁਇਡ ਦਾ ਬਣਿਆ ਹੋ ਸਕਦਾ ਹੈ। ਹੁਣ ਆਪਾਂ ਨੂੰ ਕੋਲ ਪੁੱਛਿਆ ਗਿਆ ਸੀ ਫਾਸਫੋਰ ਕਾਹਦੇ ਵਿੱਚ ਯੂਜ਼ ਕੀਤਾ ਜਾਂਦਾ ਡਿਟੈਕਟ ਕਰਨ ਲਈ, ਅਤੇ ਕੀ ਆਇਆ ਆਨਸਰ ਇਹਦਾ, ਫਾਸਫੋਰ। ਠੀਕ ਹੈ, ਅਤੇ ਨੈਕਸਟ ਹੈ ਪ੍ਰੋਪੋਰਸ਼ਨਲ ਕਾਊਂਟਰ ਕੀ ਹੁੰਦਾ, ਆ ਸਿਰਫ ਔਰ ਸਿਰਫ ਹਾਈ ਵੋਲਟੇਜ ਦੀ ਓਪਰੇਟ ਕੀਤਾ ਜਾਂਦਾ ਹੈ ਆਇਨਾਈਜੇਸ਼ਨ ਚੈਂਬਰ ਦੇ ਨਾਲੋਂ। ਠੀਕ ਹੈ, ਆਇਨਾਈਜੇਸ਼ਨ ਚੈਂਬਰ ਦੇ ਨਾਲ ਵੀ ਇਹਨੂੰ ਜ਼ਿਆਦਾ ਵੋਲਟੇਜ ਚਾਹੀਦੀ ਹੁੰਦੀ ਹੈ ਓਪਰੇਟ ਕਰਨ ਲਈ। ਅਤੇ ਇਹ ਕਲਾਸੀਫਾਈਡ ਕਾਹਦੇ 'ਚ ਕੀਤਾ ਜਾਂਦਾ, ਓਨਲੀ ਗੈਸੀਅਸ ਸਟੇਟ ਦੇ ਵਿੱਚ ਹੀ ਆਪਾਂ ਇਹਨੂੰ ਡਿਟੈਕਟ ਕਰ ਸਕਦੇ ਹਾਂ। ਠੀਕ ਹੈ, ਆਇਨਾਈਜੇਸ਼ਨ ਚੈਂਬਰ ਕੀ ਹੁੰਦਾ,
एक ਸਿੰਪਲੈਸਟ डिवाइस है जिहदे नाल आपां रेडिएशन नूं की कर सकते हैं, डिटैक्ट कर सकते हैं। गैस फील्ड डिटेक्शन, रेडिएशन नूं आपां डिटैक्ट करांगे ते वाइडली यूजड किया जाता है डिटैक्शन ते मेजरमेंट लई आ, बहुत ज़्यादा यूज़ किया जाता है मेजरमेंट ते डिटैक्शन करने लई, ठीक है, किसी भी आयनाइजेशन रेडिएशन दी। तो रेडिएशन किहड़ी डिटैक्ट करता है, अल्फा रे, गामा रे ते बीटा पार्टिकल्स नूं की करता है, डिटैक्ट करता है, ठीक है। तो अपना आंसर उनका पिछला हो गया की आया अपना पिछला आंसर, वो देखांगे। हाँ जी, आंसर की आया अपना एस क्वेश्चन दा स्किंटिलेशन काउंटर जिहड़ा है इनका राइट आंसर होवेगा, क्योंकि फास्फोरस इहदे विच ही यूज़ किया जाता है। नैक्सट है, नैक्सट क्वेश्चन जिहड़ा अपना कि पार्टिकल, 9th क्वेश्चन जिहड़ा अपना है, पार्टिकल दैट प्रेडिक्ट द पार्टिकल दैट पार्टिसिपेट इन द स्ट्रोंग इंटरैक्शन, किहड़ा पार्टिकल है जिहड़ा स्ट्रोंग इंटरैक्शन दे विच पार्टिसिपेट करता है, उन की कहते हैं, न्यूट्रिनो कहते हैं, हाइड्रोन्स कहते हैं, या लैप्टोन कहते हैं, इलैक्ट्रॉन कहते, की कहते हैं। जदों भी कोई भी फोर्स पार्टिकल ते लगती है या स्ट्रोंग इंटरैक्शन होंदी है, वो किहदे विचकार होंदी है, ग्लूओन ते मासलैस बोजोन ते होंदी है। मासलैस बोजोन हुंदे की ने, जिन्हां दा जीरो चार्ज होवे ते रेस्ट मास भी जीरो होवे, ते स्पिन की होवे, जीरो होवे या इंटीग्रल स्पिन होवे, ठीक है। तो फर्मिओन्स दे विच हाफ इंटीग्रल होंदी है, फर्मिओन्स दे विच स्पिन जिहड़ी होंदी है हाफ इंटीग्रल होंदी है, पर बोजोन दे विच की होंदी है जीरो या इंटीग्रल स्पिन जिहड़ी है होंदी है। दीज काइंड ऑफ पार्टिकल्स आर स्टेबल, इस तरह के जिहड़े पार्टिकल्स होंदे ने वो स्टेबल होंदे ने, ठीक है, तो आ ट्रैवल करते हैं स्पीड ऑफ लाइट दे नाल, ओके। तो आपां डिस्कस करांगे, एक टेबल है उन्हें याद रखो, मे बी नैक्सट टाइम कोई होर इंटरैक्शन पूछ लीती जाए, वीक इंटरैक्शन पूछ लेवे या किमें भी है, कुछ भी ग्रेविटेशन इंटरैक्शन पूछ लेवे, तो आपां नूं पता होना चाहिए है इंटरैक्शन की है, ग्रेविटेशनल, वीक इंटरैक्शन से इलैक्ट्रोमैगनैटिक इंटरैक्शन तो स्ट्रोंग इंटरैक्शन। तो पार्टिकल्स किहड़े इफैक्ट होंदे ने, ग्रेविटेशनल करके सारे पार्टिकल्स जिहड़े इफैक्ट होणगे, क्योंकि ग्रैविटी करके तो तुहानूं पता ही, सारी ग्रैविटी करके की हुंदा, सारे आपदे वाल अट्रैक्ट करदी है। तो पार्टिकल एक्सचेंज किहड़ा हुंदा है, ग्रैविटोन, ठीक है। वीक इंटरैक्शन किहदे विच हुंदी है, क्वार्क ते लैप्टोन दे विचकार जिहड़े इफैक्ट होवेगा, क्वार्क ते लैप्टोन दे उत्ते ही इफैक्ट पवेगा, तो पार्टिकल जिहड़ा एक्सचेंज होएगा बोजोन दे। इलैक्ट्रोमैगनैटिक इंटरैक्शन की होंदी है, ओनली चार्ज पार्टिकल ते इंटरैक्ट करती है, क्योंकि इलैक्ट्रो चार्ज नाल कनैक्टेड है, तो चार्ज पार्टिकल ते की करेगी, इफैक्ट करेगी, तो आपां नूं जिहड़ी पार्टिकल एक्सचेंज होणगे वो की होगा, फोटोन। तो स्ट्रोंग इंटरैक्शन कित्थे इंटरैक्ट करदियां ने, इफैक्ट काहदे ते पाएगी, क्वार्क एंड हैड्रोन ते चेंज के एक्सचेंज पार्टिकल की होगा, ग्लूओन ते मेजोन, ठीक है। आ टेबल तुसी याद रखोगे। नैक्सट है मैटर वेव्स की होंदियां ने, लॉन्गिट्यूडनल है, इलैक्ट्रोमैगनैटिव है, या ट्रैवल करती है स्पीड ऑफ लाइट नाल, या शो करती है डायफ्रैक्शन। वेव मैटर्स कहती है सेंट्रल पार्ट ऑफ द थ्योरी ऑफ क्वांटम थ्योरी। हुण जिवें कि वेव पार्टिकल ड्यूलिटी सीगी, ऑल दी मैटर्स एग्जिबिट वेव नेचर, वेव पार्टिकल की कहता है कि जिहड़े जिन्ने भी मैटर्स ने वो की कहते हैं वेव की तरह बिहेव करते हैं, ठीक है। तो जिवें कि इलैक्ट्रॉन जिहड़ी बीम है वो डायफ्रैक्ट करती है की दी तरह, लाइट की तरह, बीम ऑफ लाइट की तरह, ठीक है। मैटर वेव आलसो रैफर्स टू डी ब्रोगली हाइपोथेसिस, तो इनू फॉलो करती है, ओबे करती है, ठीक है। फॉर्मूला की होंदा अपने को डी ब्रोगली हाइपोथेसिस का, लैम्बडा इज इक्वल टू एच अपॉन पी, पी की होंदा है मास इंटू वेलोसिटी। तो जिहड़ा पार्टिकल है वो वेव नेचर शो करेगा, तो की होएगा डायफ्रैक्शन, वो की करेगा, जदों भी कोई वेव नेचर होएगा किसी पार्टिकल का, वो की करेगा, डायफ्रैक्शन शो करेगा। तो डी ब्रोगली जिहड़ी हाइपोथेसिस सी उन्हें की प्रेडिक्ट किया सीगा कि जिहड़े भी मैटर वेव हैगियां ने वो की करदियां ने, शो करदियां ने डायफ्रैक्शन ते इंटरफेरेंस, ठीक है, दोनों ही शो करदियां ने। तो एग्जाम्पल है इलैक्ट्रॉन डायफ्रैक्शन, एटम एंड मॉलिक्यूल डायफ्रैक्शन। अज आपां 10 क्वेश्चन जिहड़े हैं पिछले प्रीवियस ईयर दे डिस्कस किए ने। आई होप आ वीडियो तुहाडे लई बहुत हैल्पफुल रही होगी। जे हैल्पफुल रही है तो मेरे वीडियो नूं लाइक कीजिए, लाइक करो, शेयर करो, तो मेरे चैनल नूं सबसक्राइब करो ताकि आने वाली वीडियो का नोटिफिकेशन सब तो पहला तुहानूं मिल सके। थैंक्स फॉर वॉचिंग द वीडियो।